ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਰਵਰੀ ਮਹੀਨੇ ਦੇ ਅਖੀਰ ਸਨ 2005 ਵਿੱਚ ਗਿਆਨੀ ਸੰਤ ਸਿੰਘ ਜੀ ਮਸਕੀਨ 71 ਸਾਲ ਦੀ ਉਮਰ ਭੋਗ ਕੇ ਸੰਸਾਰ ਤੋਂ ਵਿਦਾ ਹੋ ਗਏ। ਮੈਂ ਇਹਨਾਂ ਦਾ ਜੋ ਅੰਤਮ ਰਸਮਾਂ ਸਨ ਉਹ ਸਾਰੇ TV ਚੈਨਲ 'ਤੇ ਵੇਖੀਆਂ। 7 ਘੰਟੇ ਲਗਾਤਾਰ ਜੋ ਇਸ ਦੇ ਸੰਬੰਧ 'ਚ ਕਾਰਜ ਕੀਤੇ ਗਏ। ਇਹਦੇ ਜੱਦੀ ਅਸਥਾਨ 'ਤੇ ਉੱਥੇ ਵੱਡੇ ਵੱਡੇ ਲੀਡਰ ਪਹੁੰਚੇ ਹੋਏ ਸਨ। ਉਹਨਾਂ ਸਾਰਿਆਂ ਨੂੰ ਬੋਲਦੇ ਅਤੇ ਆਪਣੇ ਕਾਰਜ ਕਰਦੇ ਮੈਂ ਲਗਾਤਾਰ ਵੇਖਦਾ ਰਿਹਾ ਅਤੇ ਨੁਕਤੇ ਨੋਟ ਕਰਦਾ ਗਿਆ। ਇਹ ਸਾਰੀ ਕਾਰਵਾਈ ਨੂੰ ਉਸ ਸਮੇਂ ਮੈਂ ਸਪੋਕਸਮੈਨ ਮੰਥਲੀ ਮੈਗਜ਼ੀਨ ਨੂੰ ਲਿਖ ਕੇ ਭੇਜ ਦਿੱਤਾ ਅਤੇ ਮੇਰੇ ਲੇਖ ਨੂੰ ਸਰਦਾਰ ਜੋਗਿੰਦਰ ਸਿੰਘ ਐਡੀਟਰ ਮਾਲਕ ਸਪੋਕਸਮੈਨ ਉਹਨਾਂ ਨੇ ਬੜੇ ਆਦਰ ਦੇ ਨਾਲ ਛਾਪਿਆ ਵੀ ਅਤੇ ਮੇਰੇ ਲੇਖ ਤੋਂ ਪਹਿਲਾਂ ਆਪਣਾ ਇੱਕ ਨੋਟ ਵੀ ਦਿੱਤਾ। ਉਹਨਾਂ ਦਾ ਨੋਟ ਪਹਿਲਾਂ ਮੈਂ ਪੜ੍ਹ ਕੇ ਸੁਣਾ ਰਿਹਾ। ਇਸ ਲੇਖ ਦਾ ਮਕਸਦ ਗਿਆਨੀ ਸੰਤ ਸਿੰਘ ਮਸਕੀਨ ਦੀ ਮਰਨ ਉਪਰੰਤ ਆਲੋਚਨਾ ਕਰਨਾ ਨਹੀਂ, ਸਗੋਂ ਸਿੱਖ ਜਨਤਾ ਨੂੰ ਅਗਾਹ ਕਰਨਾ ਹੈ ਕਿ ਸਿੱਖਾਂ ਅੰਦਰ ਉਹਨਾਂ ਦੇ ਵੱਡੇ ਨਾਵਾਂ ਵਾਲੇ ਆਗੂ ਹੀ ਗੁਰਮਤਿ ਪ੍ਰਤੀ ਅਵੇਸਲੇ ਹੋ ਗਏ ਹਨ, ਕਿਉਂਕਿ ਆਮ ਜਨਤਾ ਅਤੇ ਵੱਡੇ ਲੀਡਰਾਂ, ਸਿਆਸਤਦਾਨਾਂ, ਧਾਰਮਿਕ ਆਗੂਆਂ ਅਤੇ ਪ੍ਰਚਾਰਕਾਂ ਵੱਲੋਂ ਕੀਤੇ ਜਾਂਦੇ ਗੁਰਮਤਿ ਵਿਰੋਧੀ ਕਾਰਜਾਂ ਨੂੰ ਵੇਖ ਕੇ ਸਾਰੇ ਚੁੱਪ ਕਰ ਜਾਂਦੇ ਨੇ, ਜਦ ਕਿ ਲੋੜ ਇਸ ਗੱਲ ਦੀ ਹੈ ਕਿ ਜਿੰਨਾ ਕੋਈ ਜ਼ਿਆਦਾ ਵੱਡਾ ਨਾਂ ਵਾਲਾ ਸਿੱਖ ਹੈ ਉਨੀ ਹੀ ਕਰੜਾਈ ਨਾਲ ਉਸ ਦੇ ਕਥਨਾਂ ਅਤੇ ਕੰਮਾਂ ਨੂੰ ਗੁਰਮਤਿ ਦੀ ਕਸਵੱਟੀ 'ਤੇ ਪਰਖਿਆ ਜਾਣਾ ਚਾਹੀਦਾ ਹੈ। ਕੇਵਲ ਇਸ ਤਰ੍ਹਾਂ ਕੀਤਿਆਂ ਹੀ ਹਾਲਾਤ ਵਿੱਚ ਸੁਧਾਰ ਲਿਆਂਦਾ ਜਾ ਸਕੇਗਾ, ਵਰਨਾ ਇਸ ਵੇਲੇ ਤਾਂ ਹਾਲਾਤ ਇਹ ਹੈ ਕਿ ਜਿੰਨਾ ਕੋਈ ਵੱਡੇ ਨਾਂ ਵਾਲਾ ਬੰਦਾ ਹੈ ਉਨੀ ਹੀ ਸ਼ਿੱਦਤ ਨਾਲ ਬੇਖੌਫ ਹੋ ਕੇ ਉਹ ਗੁਰਮਤਿ ਦੇ ਸਿਧਾਂਤਾਂ ਦੀ ਉਲੰਘਣਾ ਕਰ ਰਿਹਾ ਹੈ। ਵੇਖੋ ਜੋਗਿੰਦਰ ਸਿੰਘ ਵਿਦਾਂਤੀ ਨੂੰ, ਗਿਆਨੀ ਪੂਰਨ ਸਿੰਘ, ਗਿਆਨੀ ਇਕਬਾਲ ਸਿੰਘ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਦਰਜਨਾਂ ਵੱਡੇ ਅਹੁਦਿਆਂ 'ਤੇ ਸਿੱਖ ਸ਼ਕਲਾਂ ਵਾਲੇ ਬਿਰਾਜਮਾਨ ਲੋਕ ਇਹਨਾਂ ਨੂੰ ਟੋਕਣ ਦੀ ਕੋਈ ਹਿੰਮਤ ਨਹੀਂ ਕਰਦਾ। ਇਸ ਲਈ ਹਾਲਾਤ ਦਿਨ ਬ ਦਿਨ ਵਿਗੜ ਰਹੀ ਹੈ। ਸਪੋਕਸਮੈਨ ਇਹਨਾਂ ਵੱਡੇ ਨਾਮਾਂ ਵਾਲਿਆਂ ਨੂੰ ਹੀ ਪੰਥ ਅੱਗੇ ਜਵਾਬਦੇਹ ਬਣਾਉਣਾ ਚਾਹੁੰਦਾ ਹੈ ਅਤੇ ਲਗਾਤਾਰ ਇਹੀ ਕੁਝ ਪਿਛਲੇ ਸਮੇਂ ਤੋਂ ਕਰਦਾ ਆ ਰਿਹਾ ਹੈ। ਸੰਪਾਦਕੀ ਟਿੱਪਣੀ ਹੈ। ਗੁਰੂ ਪਿਆਰ ਵਾਲਿਓ, ਜਦੋਂ ਇਹ ਸਾਰਾ ਕੁਝ ਮੈਂ ਵੇਖ ਲਿਆ, ਪਰਖ ਲਿਆ ਅਤੇ ਲੰਮਾ ਲੇਖ ਲਿਖ ਕੇ ਭੇਜ ਦਿੱਤਾ ਤਾਂ ਮੈਨੂੰ ਬੜੀਆਂ ਮੁਸ਼ਕਲਾਂ ਦਾ ਉਦੋਂ ਵੀ ਸਾਹਮਣਾ ਕਰਨਾ ਪਿਆ ਅਤੇ ਹੁਣ ਵੀ ਕਈ ਸਾਰੇ ਜਿਹੜੇ ਅੰਨੇ ਸ਼ਰਧਾਲੂ ਹੁੰਦੇ ਨੇ ਅਤੇ ਉਹਨਾਂ ਨੇ ਅੱਜ ਵੀ ਇਹਦੇ 'ਤੇ ਨਾਰਾਜ਼ਗੀ ਪ੍ਰਗਟ ਕਰਨੀ ਹੈ, ਕਿਉਂਕਿ ਅਸੀਂ ਤਾਂ ਜਿਹੜੇ ਮਨਮੁਖ, ਪਖੰਡੀ, ਲੁਟੇਰੇ, ਪੰਥ ਨੂੰ ਕੁਰਾਹੇ ਪਾਉਣ ਵਾਲੇ ਸਾਧ ਨੇ, ਉਹਨਾਂ ਦੀਆਂ ਮੰਦ ਕਰਤੂਤਾਂ ਨੂੰ ਵੀ ਜਦੋਂ ਨੰਗੇ ਕਰੀਏ ਤਾਂ ਉਦੋਂ ਵੀ ਆਮ ਸਿੱਖ ਅਖਵਾਉਣ ਵਾਲਾ ਇਨਸਾਨ ਤੜਫ ਉੱਠਦਾ ਹੈ, ਬਿਲਕ ਉੱਠਦਾ ਹੈ, ਉਹਦੀ ਸ਼ਰਧਾ ਨੂੰ ਸੱਟ ਵੱਜਦੀ ਹੈ ਅਤੇ ਉਹ ਗਾਲੀ ਗਲੋਚ ਕਰਦਾ ਹੈ, ਮਾਰਨ 'ਤੇ ਉਤਰ ਆਉਂਦਾ ਹੈ। ਕਦੀ ਉਹ ਸਟੇਜਾਂ ਦੇ ਉੱਤੇ ਮਾਰਕੁੱਟ ਕਰਦਾ ਹੈ, ਕਦੀ ਪੱਗਾਂ ਲਾਉਂਦਾ ਹੈ, ਕਦੀ ਖੁਦ ਮਰਦਾ ਹੈ, ਕਦੇ ਦੂਜੇ ਨੂੰ ਮਾਰਨ ਦਾ ਯਤਨ ਕਰਦਾ। ਇਹ ਹਾਲਾਤ ਸਾਡੇ ਸਿੱਖ ਅਖਵਾਉਣ ਵਾਲਿਆਂ ਦੇ ਵਾਪਰੇ ਪਏ ਨੇ। ਦੁਨੀਆ ਸਾਡੀਆਂ ਇਹਨਾਂ ਹਰਕਤਾਂ ਵੱਲ ਵੇਖ ਕੇ ਹੱਸਦੀ ਹੈ। ਅਸੀਂ ਤਮਾਸ਼ਾ ਬਣੇ ਹੋਏ ਹਾਂ ਜੱਗ ਦੇ ਵਿੱਚ ਕਿ ਸਾਨੂੰ ਵਿਚਾਰ ਸਹਿਤ, ਪਿਆਰ ਸਹਿਤ, ਭਰਾਵਾਂ ਵਾਂਗ ਸਲੀਕੇ ਨਾਲ ਗੱਲਬਾਤ ਵੀ ਕਰਨੀ ਵਿਸਰ ਗਈ ਹੈ। ਬਸ ਗਾਲਾਂ, ਗੰਦ ਅਤੇ ਮਾਰਕੁੱਟ ਇਹੋ ਹੀ ਕੁਛ ਸਾਡੇ ਪੱਲੇ ਰਹਿ ਗਿਆ ਅਤੇ ਇਹੋ ਜਿਹੀ ਹਾਲਾਤ ਦੇ ਵਿੱਚ ਸਰਕਾਰਾਂ ਵੀ ਸਾਡੇ 'ਤੇ ਸਖਤੀ ਨਹੀਂ ਕਰਨਗੀਆਂ ਅਤੇ ਫਿਰ ਹੋਰ ਕੀ ਹੋਵੇਗਾ। ਅਸੀਂ ਜੱਗ ਹਸਾਈ ਵੀ ਕਰ ਰਹੇ ਹਾਂ ਅਤੇ ਆਪਣਾ ਨੁਕਸਾਨ ਵੀ ਕਰਵਾ ਰਹੇ ਹਾਂ। ਮੈਂ ਇਸ ਲੇਖ ਦਾ ਨਾਮ ਰੱਖਿਆ ਸੀ ਇੱਕ ਭਗਵਾਨ ਦੀ ਮੌਤ। ਇਹਦਾ ਕਾਰਨ ਇਹ ਸੀ ਕਿ ਇਹਨੂੰ ਬਾਰ-ਬਾਰ ਰੱਬ ਦਾ ਰੂਪ ਕਰਕੇ ਪੇਸ਼ ਕੀਤਾ ਜਾ ਰਿਹਾ ਸੀ ਸਟੇਜ ਦੇ ਉੱਤੇ ਜਦੋਂ ਇਹਦੇ ਭੋਗ ਦੀਆਂ ਰਸਮਾਂ ਕੀਤੀਆਂ ਜਾ ਰਹੀਆਂ ਸਨ। ਅਕਾਲ ਪੁਰਖ ਜੀ ਦੇ ਬਣਾਏ ਅਟਲ ਨਿਯਮ ਮੁਤਾਬਕ ਜੋ ਪੈਦਾ ਹੋਇਆ ਹੈ ਉਸਨੇ ਘੱਟ ਜਾਂ ਵੱਧ ਆਪਣੀ ਉਮਰ ਭੋਗ ਕੇ ਬਿਨਸ ਜਾਣਾ ਹੈ। ਪਰਮਾਤਮਾ ਦੀ ਅਸੀਮ ਸੱਤਿਆ ਤੋਂ ਸਿਵਾਏ ਹੋਰ ਕੋਈ ਸਦਾ ਥਿਰ ਨਹੀਂ ਰਹਿੰਦਾ। ਇਸ ਅਕੱਟ ਸਿਧਾਂਤ ਨੂੰ ਗੁਰਬਾਣੀ ਨੇ ਬਾਰ-ਬਾਰ ਸਾਨੂੰ ਸਮਝਾਇਆ ਹੈ। ਗੁਰੂ ਫਰਮਾਨ ਹੈ, ਐਸੋ ਇਹ ਸੰਸਾਰ ਪੇਖਣਾ ਰਹਿ ਨ ਕਉ ਪਈ ਹੈ ਰੇ, ਸੂਧੇ ਸੂਧੇ ਰੇਗ ਚਲੋ ਤੁਮ ਨਤਰ ਕੋ ਧੱਕਾ ਦੇਵਈ ਹੈ ਰੇ।
ਇਸ ਗੁਰਬਾਣੀ ਦੀਆਂ ਪੰਕਤੀਆਂ ਵਿੱਚ ਸ਼ਾਇਦ ਇੱਕ ਸਧਾਰਨ ਬੁੱਧੀ ਵਾਲੇ ਸਿੱਖ ਜਗਿਆਸੂ ਨੂੰ ਸਮਝ ਨਾ ਆਉਣ, ਪਰ ਜੋ ਵੱਡੇ ਵੱਡੇ ਧਾਰਮਿਕ ਅਤੇ ਰਾਜਸੀ ਅਹੁਦਿਆਂ 'ਤੇ ਬਿਰਾਜਮਾਨ ਲੋਕ ਹਨ, ਕਿ ਉਹਨਾਂ ਨੂੰ ਵੀ ਮੌਤ ਦੀ ਅਟਲਤਾ ਬਾਰੇ ਸਾਰੀ ਉਮਰ ਸਮਝ ਨਾ ਆਈ? ਫਿਰ ਕੀ ਇਹ ਵੱਡੇ ਆਗੂ ਖੁਦ ਗੁਰਬਾਣੀ ਤੋਂ ਅਣਜਾਣ ਹਨ? ਜੇ ਅਣਜਾਣ ਹਨ ਤਾਂ ਇਹਨਾਂ ਨੂੰ ਧਾਰਮਿਕ ਜਾਂ ਰਾਜਸੀ ਆਗੂ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਹੈ? ਜੋ ਮਨੁੱਖ ਸਾਰੀ ਉਮਰ ਗੁਰਬਾਣੀ ਦੀ ਕਥਾ ਕਰਦਾ ਰਿਹਾ, ਅਥਾਹ ਦੌਲਤ ਅਤੇ ਮਾਣ ਪ੍ਰਾਪਤ ਕਰਦਾ ਰਿਹਾ, ਕੀ ਉਹ ਆਪਣੇ ਪਰਿਵਾਰ, ਸਕੇ ਸੰਬੰਧੀਆਂ ਅਤੇ ਦੋਸਤਾਂ ਮਿੱਤਰਾਂ ਨੂੰ ਇਹ ਨਾ ਸਮਝਾ ਸਕਿਆ ਕਿ ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ? ਅਜਿਹੀ ਕੋਈ ਵਸੀਅਤ ਬਣਾ ਕੇ ਪਰਿਵਾਰ ਨੂੰ ਨਾ ਦੇ ਸਕਿਆ ਜਿਸ ਵਿੱਚ ਮਨਮਤੀ ਕਾਰਜਾਂ ਦੀ ਮਨਾਹੀ ਕੀਤੀ ਗਈ ਹੁੰਦੀ? ਫਰਵਰੀ ਮਹੀਨੇ ਦੇ ਅਖੀਰ 2005 ਵਿੱਚ ਗਿਆਨੀ ਸੰਤ ਸਿੰਘ ਮਸਕੀਨ ਜੀ 71 ਸਾਲ ਦੀ ਉਮਰ ਭੋਗ ਕੇ ਮਾਟੀ ਮਾਟੀ ਹੋਈ ਏਕ ਦੇ ਵਾਕ ਮੁਤਾਬਕ ਦਿਲ ਦੀ ਧੜਕਣ ਬੰਦ ਹੋਣ ਕਾਰਨ ਚਲਾਣਾ ਕਰ ਗਏ। ਇਹ ਲੇਖ ਮੈਂ ਕਦੀ ਵੀ ਨਾ ਲਿਖਦਾ ਜੇ ਮੈਨੂੰ ਲਗਾਤਾਰ 7 ਘੰਟੇ ਅਲਫਾ ETC TV ਚੈਨਲ ਰਾਹੀਂ, ਜਿਹੜਾ ਉਦੋਂ ਚੱਲਦਾ ਸੀ ਅਤੇ ਬਾਅਦ ਦੇ ਵਿੱਚ ਇਹ ਬਾਦਲ ਦੀ ਮਲਕੀਅਤ ਬਣ ਗਿਆ, ਸਿੱਧਾ ਅੰਤਮ ਰਸਮਾਂ ਅਤੇ ਸ਼ਰਧਾਂਜਲੀਆਂ ਦਾ ਸਮਾਗਮ ਅੱਖੀਂ ਵੇਖਣ ਦਾ ਮੌਕਾ ਨਾ ਬਣਦਾ। ਹੁਣ ਅੱਖੀਂ ਵੇਖ ਕੇ ਮੱਖੀ ਨਿਗਲਣੀ ਸੰਭਵ ਨਹੀਂ ਸੀ। ਸ਼ਰਧਾਂਜਲੀ ਸਮਾਗਮ ਵਿਚਕਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੋਟੇ ਅੱਖਰਾਂ ਵਿੱਚ ਗੁਰਬਾਣੀ ਦੀ ਇਹ ਅਧੂਰੀ ਪੰਕਤੀ ਲਿਖੀ ਹੋਈ ਸੀ, ਬਰਮ ਗਿਆਨੀ ਸਦ ਜੀਵੈ ਨਹੀਂ ਮਰਤਾ। ਪੜ੍ਹ ਵੇਖ ਕੇ ਮਨ ਨੂੰ ਬਹੁਤ ਧੱਕਾ ਲੱਗਾ। ਹੈਂ, ਐਡਾ ਵੱਡਾ ਅਨਰਥ! ਸਾਰੀ ਉਮਰ ਵੱਡੀਆਂ ਵੱਡੀਆਂ ਸਟੇਜਾਂ 'ਤੇ ਬੋਲਣ ਵਾਲਾ, ਗੁਰਬਾਣੀ ਦੀ ਕਥਾ ਕਰਦੇ ਰਹਿਣ ਦਾ ਦਮ ਭਰਨ ਵਾਲਾ, ਆਪਣੇ ਹੀ ਪਰਿਵਾਰ ਅਤੇ ਆਪਣੇ ਚੇਲਿਆਂ ਰਣਜੀਤ ਸਿੰਘ ਗੌਹਰ ਆਦਿਕ ਜੋ ਸਾਰੀ ਦੇਖ ਰੇਖ ਕਰ ਰਹੇ ਸਨ। ਇੱਥੇ ਯਾਦ ਰਵੇ, ਸਾਰੀ ਉਮਰ ਦੇ ਵਿੱਚ ਭਾਈ ਮਸਕੀਨ ਜੀ ਇੱਕ ਰਣਜੀਤ ਸਿੰਘ ਗੌਹਰ ਨੂੰ ਹੀ ਕਥਾਵਾਚਕ ਬਣਾ ਸਕੇ ਨੇ। ਹੋਰ ਕੋਈ ਟੀਮ ਆਪਣੀ ਕਥਾਵਾਚਕਾਂ ਦੀ, ਪ੍ਰਚਾਰਕਾਂ ਦੀ ਪੈਦਾ ਨਹੀਂ ਕਰ ਸਕੇ। ਰਣਜੀਤ ਸਿੰਘ ਗੌਹਰ ਨੇ ਇਹਨਾਂ ਦੀ ਨਕਲ ਤਾਂ ਉਤਾਰੀ ਹੈ, ਪਰ ਉਹਨਾਂ ਕੋਲ ਨਵੀਨਤਾ ਕੋਈ ਨਹੀਂ ਹੈ। ਉਹ ਅਖੀਰ 'ਚ ਪਤਾ ਨਹੀਂ ਕਿਹੜੀਆਂ ਕਿਹੜੀਆਂ ਪਾਪੜ ਵੇਲ ਕੇ ਉਹ ਪਟਨਾ ਸਾਹਿਬ ਦੇ ਜਾ ਕੇ ਜਥੇਦਾਰ ਬਣ ਕੇ ਬੈਠ ਗਏ ਨੇ, ਅਤੇ ਉੱਥੇ ਕੀ ਕੀ ਮਨਮਤਾਂ ਹੁੰਦੀਆਂ ਨੇ ਉਹਨਾਂ ਨੂੰ ਰੋਕਣ ਦੀ ਉਹਦੇ ਵਿੱਚ ਕੋਈ ਹਿੰਮਤ, ਹੌਸਲਾ ਨਹੀਂ ਹੈ, ਅਤੇ ਇਹੋ ਹੀ ਸਾਰੇ ਪਾਸੇ ਵਾਪਰ ਰਿਹਾ। ਰਣਜੀਤ ਸਿੰਘ ਗੌਹਰ ਮਸਕੀਨ ਜੀ ਦਾ ਚੇਲਾ ਹੈ। ਗੁਰਬਾਣੀ ਦੇ ਅਰਥ ਇਹ ਗੌਹਰ ਵੀ ਨਾ ਸਮਝ ਆ ਸਕਿਆ। ਸੁਖਮਨੀ ਸਾਹਿਬ ਦੀ 8ਵੀਂ ਅਸ਼ਟਪਦੀ ਵਿੱਚੋਂ ਇਹ ਇੱਕ ਪੰਕਤੀ ਚੁੱਕ ਲਈ ਗਈ ਸੀ। ਮਸਕੀਨ ਜੀ ਪ੍ਰਤੀ ਇਹ ਪ੍ਰਗਟ ਕਰਨ ਲਈ ਲਿਖੀ ਗਈ ਸੀ ਕਿ ਬਰਮ ਗਿਆਨੀ ਸੰਤ ਸਿੰਘ ਜੀ ਮਸਕੀਨ ਸਨ ਅਤੇ ਉਹ ਮਰਦੇ ਕਦੇ ਨਹੀਂ, ਸਦਾ ਜੀਵਤ ਰਹਿੰਦੇ ਹਨ। ਹੁਣ ਜਰਾ ਇਸ 8ਵੀਂ ਅਸ਼ਟਪਦੀ ਵਿੱਚ ਬਰਮ ਗਿਆਨੀ ਕਿਸ ਨੂੰ ਆਖਿਆ ਹੈ, ਉਹਦੇ ਵਾਸਤੇ ਗੌਰ ਫਰਮਾਓ। ਬਰਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬਰਮ ਗਿਆਨੀ ਸਦ ਜੀਵੈ ਨਹੀਂ ਮਰਤਾ, ਬਰਮ ਗਿਆਨੀ ਮੁਕਤ ਜੁਕਤ ਜੀ ਕਾ ਦਾਤਾ, ਬਰਮ ਗਿਆਨੀ पूर्ण पुरख विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्ब का धनी। इस अष्टपदी ਦੀਆਂ 7 ਪੌੜੀਆਂ ਹੋਰ ਹਨ, ਪਰ ਅਸੀਂ 8ਵੀਂ ਇੱਕੋ ਪੌੜੀ ਦਾ ਸੰਖੇਪ ਅਰਥ ਵਿਚਾਰ ਸਮਝ ਲਈਏ ਤਾਂ ਸਾਰਾ ਝਮੇਲਾ ਮਿਟ ਜਾਂਦਾ ਹੈ। ਪੰਕਤੀਵਾਰ ਅਰਥ ਇਉਂ ਹਨ। ਨੰਬਰ 1, ਬਰਮ ਗਿਆਨੀ ਸਾਰੇ ਜਗਤ ਨੂੰ ਬਣਾਉਣ ਵਾਲਾ ਹੈ। 2, ਬਰਮ ਗਿਆਨੀ ਸਦਾ ਹੀ ਜਿਉਂਦਾ ਹੈ, ਕਦੇ ਮਰਦਾ ਨਹੀਂ ਹੈ। 3, ਬਰਮ ਗਿਆਨੀ ਮੁਕਤ ਮਾਰਗ ਦੱਸਣ ਵਾਲਾ ਹੈ, ਜ਼ਿੰਦਗੀ ਜਿਉਣ ਦਾ ਤਰੀਕਾ ਸਮਝਾਉਣ ਵਾਲਾ ਹੈ। 4, ਬਰਮ ਗਿਆਨੀ ਹੀ ਅਸਲ ਵਿੱਚ ਪੂਰਨ ਪੁਰਖ ਹੈ ਅਤੇ ਸਭਨਾਂ ਨੂੰ ਪੈਦਾ ਕਰਨ ਵਾਲਾ ਹੈ। 5, ਬਰਮ ਗਿਆਨੀ ਬੇਸਹਾਰਾ ਲੋਕਾਂ ਨੂੰ ਸਹਾਰਾ ਦੇਣ ਵਾਲਾ ਹੈ। 6, ਬਰਮ ਗਿਆਨੀ ਸਾਰੇ ਜੀਵਾਂ ਉੱਪਰ ਮਿਹਰ ਭਰਿਆ ਹੱਥ ਰੱਖਦਾ ਹੈ। 7, ਸਾਰਾ ਦਿਸਦਾ ਆਕਾਰ ਬਰਮ ਗਿਆਨੀ ਦਾ ਹੀ ਸਰਗੁਣ ਸਰੂਪ ਹੈ। 8, ਬਰਮ ਗਿਆਨੀ ਹੋਰ ਕੋਈ ਨਹੀਂ, ਸਿਰਫ ਪਰਮਾਤਮਾ ਖੁਦ ਹੀ ਬਰਮ ਗਿਆਨੀ ਹੈ। 9, ਉਸ ਵਾਹਿਗੁਰੂ ਬਰਮ ਗਿਆਨੀ ਦੀ ਸੋਭਾ ਕੌਣ ਕਰ ਸਕਦਾ ਹੈ, ਉਹ ਸਾਰੀਆਂ ਵਡਿਆਈਆਂ ਤੋਂ ਬਹੁਤ ਉੱਚਾ ਹੈ। 10, ਹੇ ਨਾਨਕ, ਉਹ ਬਰਮ ਗਿਆਨੀ ਪਰਮਾਤਮਾ ਆਪ ਸਾਰੀ ਕਾਇਨਾਤ ਦੇ ਜੀਵਾਂ ਦਾ ਮਾਲਕ ਹੈ।
ਪੌੜੀ 8 ਅਸ਼ਟਪਦੀ 8ਵੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ 272, ਦਰਪਣ ਪੋਥੀ ਦੂਜੀ ਪੰਨਾ 622, ਕਿਰਤ ਪ੍ਰੋਫੈਸਰ ਸਾਹਿਬ ਸਿੰਘ ਡੀਲਿਟ, ਜਿਹਦੇ ਮੈਂ ਅਰਥ ਕੀਤੇ ਨੇ। ਦੁਨੀਆ ਜਾਣਦੀ ਹੈ ਕਿ ਸਰੀਰ ਕਰਕੇ ਕਦੀ ਕੋਈ ਨਹੀਂ ਰਿਹਾ। ਪੀਰ, ਔਲੀਏ ਅਤੇ ਸਮੇਤ 10 ਗੁਰੂ ਸਾਹਿਬਾਨ ਦੇ ਜਿਸ ਕਿਸੇ ਨੇ ਆਪਣੇ ਆਪ ਨੂੰ ਭਗਵਾਨ ਜਾਂ ਰੱਬ ਅਖਵਾਉਣ ਦੀ ਮੂਰਖਤਾ ਕੀਤੀ ਹੈ, ਉਹ ਸਮਝਦਾਰ ਲੋਕਾਂ ਦੀ ਨਜ਼ਰ ਵਿੱਚ ਕੱਖੋਂ ਹੌਲਾ ਹੋਇਆ ਹੈ। ਜੇ ਇਸ ਪੰਕਤੀ ਦੀ ਦੁਰਵਰਤੋਂ ਮਸਕੀਨ ਦੇ ਪਰਿਵਾਰ ਵਾਲੇ ਕਰ ਲੈਂਦੇ ਤਾਂ ਬਰਦਾਸ਼ਤ ਕੀਤਾ ਜਾ ਸਕਦਾ ਸੀ, ਪਰ ਉਸ ਕੋਲੋਂ ਸਿੱਖਿਆ ਲੈ ਕੇ ਬਣੇ ਕਥਾਵਾਚਕ ਨੇ ਗੁਰਬਾਣੀ ਦੇ ਅਨਰਥ ਕੀਤੇ। ਘੋਰ ਦੁਖਦਾਈ ਪਹਿਲੂ ਇਹ ਸੀ ਕਿ ਉਸ ਵਕਤ 5 ਤਖਤਾਂ ਦੇ ਜਥੇਦਾਰ ਉਸ ਸਮਾਗਮ ਦੇ ਵਿੱਚ ਹਾਜ਼ਰ ਸਨ। ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉੱਥੇ ਮੌਜੂਦ ਸਨ। ਹੋਰ ਅਣਗਿਣਤ ਪ੍ਰਚਾਰਕ, ਕੀਰਤਨੀਏ ਤੇ ਪਤਵੰਤੇ ਸੱਜਣ ਸਭ ਕੁਝ ਵੇਖਦੇ ਹੋਏ ਇਸ ਮਨਮਤ ਬਾਰੇ ਇੱਕ ਅੱਖਰ ਤੱਕ ਜ਼ੁਬਾਨ 'ਤੇ ਉਚਾਰਨ ਨਾ ਕਰ ਸਕੇ। ਫਿਰ ਇਸ ਅਸਹਿ ਪੀੜਾ ਨੂੰ ਭਾਣਾ ਮੰਨ ਕੇ ਸਵੀਕਾਰ ਕਰ ਲਿਆ ਜਾਵੇ ਕਿ ਇਹਨਾਂ ਸਾਰਿਆਂ ਨੂੰ ਜਾਂ ਤਾਂ ਗੁਰਬਾਣੀ ਦੀ ਉੱਕਾ ਹੀ ਸੋਝੀ ਨਹੀਂ ਹੈ, ਜਾਂ ਫਿਰ ਇੰਨੇ ਕਾਇਰ ਤੇ ਬੁਝਦਿਲ ਹਨ ਕਿ ਸੱਚ ਆਖਣ ਦੀ ਦਲੇਰੀ ਨਹੀਂ ਕਰ ਸਕਦੇ। ਕੋਈ ਇੱਕ ਤਾਂ ਕਹਿ ਦਿੰਦਾ ਕਿ ਸਾਧ ਸੰਗਤ, ਇਸ ਪੰਕਤੀ ਦਾ ਅਰਥ ਪਰਮਾਤਮਾ ਹੈ, ਰੱਬ ਕਦੇ ਮਰਦਾ ਨਹੀਂ ਹੈ, ਅਸੀਂ ਸਰੀਰਧਾਰੀ ਜੀਵ ਤਾਂ ਸਾਰੇ ਹੀ ਬਿਨਸਰਹਾਰ ਹਾਂ, ਇਹ ਪੰਕਤੀ ਮਸਕੀਨ ਦੇ ਜੀਵਨ ਨਾਲ ਨਾ ਜੋੜੋ। ਹੁਣ ਅੱਗੋਂ ਕੁਝ ਹੋਰ ਨੁਕਤੇ ਜੋ 2 ਮਾਰਚ 2005 ਵਾਲੇ ਦਿਨ ਸ਼ਰਧਾਂਜਲੀ ਸਮਾਰੋਹ ਵਿੱਚ ਜ਼ਿੰਮੇਵਾਰ ਵਿਅਕਤੀਆਂ ਵੱਲੋਂ ਕਹੇ ਗਏ, ਉਹਨਾਂ ਨੂੰ ਵੀ ਵਿਚਾਰ ਲਈਏ, ਕਿਉਂਕਿ ਸਟੇਜ ਦੇ ਉੱਤੇ ਆ ਕੇ ਹਰ ਇੱਕ ਨੇ ਥੋੜ੍ਹਾ ਟਾਈਮ ਲੈ ਕੇ ਮਸਕੀਨ ਜੀ ਬਾਰੇ ਕੁਝ ਨਾ ਕੁਝ ਬੋਲਿਆ। ਹਰ ਇੱਕ ਬੁਲਾਰੇ ਨੇ ਸਟੇਜ 'ਤੇ ਆ ਕੇ ਮਾਈਕ ਅੱਗੇ ਖਲੋ ਕੇ ਇਹ ਰੱਟ ਬਾਰ-ਬਾਰ ਦੁਹਰਾਈ ਕਿ ਮਸਕੀਨ ਸਾਡੀ ਜ਼ਿੰਦਗੀ ਲਈ ਇੱਕ ਮਾਡਲ ਸੀ, ਸਿੱਖ ਪੰਥ ਲਈ ਪ੍ਰੇਰਣਾ ਸਰੋਤ ਸੀ। ਗੋਇਆ ਕਿ ਅੱਜ ਦੇ ਜ਼ਮਾਨੇ ਵਿੱਚ ਸਿੱਖ ਸਮਾਜ ਲਈ ਜ਼ਿੰਦਗੀ ਦਾ ਮਾਡਲ 10 ਗੁਰੂ ਸਾਹਿਬਾਨ ਨਹੀਂ ਰਹੇ, ਸਿੱਖਾਂ ਲਈ ਪਾਵਨ ਗੁਰਬਾਣੀ ਪ੍ਰੇਰਣਾ ਸਰੋਤ ਨਹੀਂ ਰਹੀ, ਪੰਥ ਨੂੰ ਕਦੇ ਨਾ ਪੂਰਿਆ ਜਾਣ ਵਾਲਾ ਘਾਟਾ ਪੈ ਗਿਆ, ਇਹ ਵੀ ਕਿਹਾ ਗਿਆ। ਕੀ ਅੱਜ ਤੱਕ ਕਿਸੇ ਸਿੱਖ ਬੁਲਾਰੇ ਨੇ ਸਟੇਜ 'ਤੇ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਘਟਨਾ ਬਿਆਨ ਕਰਦਿਆਂ ਇਸ ਤਰ੍ਹਾਂ ਆਖਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਚੋਲਾ ਤਿਆਗ ਦੇਣ ਮਗਰੋਂ ਸਿੱਖ ਪੰਥ ਖਤਮ ਹੋ ਗਿਆ? ਗੁਰੂ ਅੰਗਦ ਸਾਹਿਬ ਉਹਨਾਂ ਦੀ ਥਾਂ ਮੌਜੂਦ ਸਨ। ਗੁਰੂ ਅਰਜਨ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਜੀ ਜਦੋਂ ਸਰੀਰ ਕਰਕੇ ਵਿਛੜ ਗਏ ਤਾਂ ਉਹਨਾਂ ਦੀ ਥਾਂ ਖਾਲੀ ਹੀ ਚਲੀ ਆ ਰਹੀ ਹੈ? ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਦੀ ਘਾਟ ਪੂਰੀ ਕਰ ਦਿੱਤੀ ਹੈ, ਪਰ ਇਸ ਗੱਲ ਨੂੰ ਸਾਹਮਣੇ ਨਹੀਂ ਰੱਖਿਆ ਗਿਆ। ਮਸਕੀਨ ਦੇ ਮਰਨ ਦਾ ਪੰਥ ਨੂੰ ਬੇਅੰਤ ਘਾਟਾ ਪੈ ਗਿਆ, ਸਾਰਿਆਂ ਨੇ ਬਾਰ-ਬਾਰ ਇਹੀ ਬੋਲਿਆ। ਸਟੇਜ ਤੋਂ ਹੋਰ ਤਾਰੀਫ ਦੇ ਢੋਲ ਪਿੱਟੇ ਗਏ ਕਿ ਮਸਕੀਨ ਗਿਆਨ ਦਾ ਸੂਰਜ ਸੀ, ਇਹ ਵਿਦਿਆ ਮਾਰਤੰਡ ਸੀ। ਮਾਰਤੰਡ ਬਹਿਨੇ ਹੁੰਦਾ ਗਿਆਨ ਦਾ ਸੂਰਜ। ਗੁਰਬਾਣੀ ਦਾ ਮਹਾਨ ਕਥਾਵਾਚਕ ਸੀ। ਬਾਕੀ ਸਾਰੀਆਂ ਚਮਕਣ ਵਾਲੀਆਂ ਚੀਜ਼ਾਂ ਦੀ ਆਪਣੀ ਰੌਸ਼ਨੀ ਨਹੀਂ ਹੁੰਦੀ, ਸੂਰਜ ਦੀ ਚਮਕ ਦੁਆਰਾ ਇਹਨਾਂ ਵਿੱਚੋਂ ਚਮਕ ਪੈਦਾ ਹੋਇਆ ਕਰਦੀ ਹੈ। ਕੇਵਲ ਸੂਰਜ ਹੀ ਅਜਿਹੀ ਲਾਮਿਸਾਲ ਸ਼ਕਤੀ ਹੈ ਕਿ ਉਸ ਨੂੰ ਰੌਸ਼ਨੀ ਕਿਤੋਂ ਉਧਾਰੀ ਨਹੀਂ ਲੈਣੀ ਪੈਂਦੀ। ਇਹ ਚਮਕ ਅਤੇ ਗਰਮਾਹਟ ਸੂਰਜ ਦੀ ਆਪਣੀ ਹੈ। ਹੁਣ ਵੇਖਣਾ ਹੈ ਕਿ ਜੋ ਮਸਕੀਨ ਨੇ ਸੰਗਤਾਂ ਨੂੰ ਸੁਣਾਇਆ ਉਹਨਾਂ ਦਾ ਆਪਣਾ ਗਿਆਨ ਸੀ। ਸਿੱਖ ਪੰਥ ਵਿੱਚ ਗਿਆਨਵਾਨ ਲੋਕ ਜਾਣਦੇ ਹਨ ਕਿ ਸੁਤੇ ਪ੍ਰਕਾਸ਼ ਗੁਰਬਾਣੀ ਦੇ ਰਚਣ ਵਾਲੇ 35 ਮਹਾਂਪੁਰਖਾਂ ਕੋਲ ਸੀ। ਸਾਡੇ ਲਈ ਉਹਨਾਂ ਵੱਲੋਂ ਬਖਸ਼ਿਆ ਗੁਰਬਾਣੀ ਰੂਪੀ ਖਜ਼ਾਨਾ ਗਿਆਨ ਦਾ ਸੂਰਜ ਹੈ। ਜੇ ਮਸਕੀਨ ਵਾਸਤੇ ਸੂਰਜ ਵਾਲੀ ਤਸਬੀਹ ਵਰਤਣੀ ਹੈ ਤਾਂ ਗੁਰੂ ਸਾਹਿਬਾਨ ਲਈ ਫਿਰ ਕਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਜਾਵੇਗੀ? ਜਿਸ ਨੂੰ ਸ਼ੱਕ ਹੋਵੇ ਮਸਕੀਨ ਦੇ ਲੈਕਚਰ ਧਿਆਨ ਨਾਲ ਸੁਣ ਕੇ ਰਜਨੀਸ਼ ਓਸ਼ੋ ਦੀਆਂ ਪੁਸਤਕਾਂ ਪੜ੍ਹਨੀਆਂ ਸ਼ੁਰੂ ਕਰ ਦੇਣੀਆਂ। ਅੱਖਰ ਅੱਖਰ ਓਸ਼ੋ ਦੀ ਨਕਲ ਕੀਤੀ ਸਿੱਧ ਹੋ ਜਾਵੇਗੀ। ਕੀ ਹੋਇਆ 19-21 ਦਾ ਕਿਤੇ ਫਰਕ ਭਾਵੇਂ ਪਿਆ ਹੋਵੇ, ਫਰਕ ਸਿਰਫ ਇੰਨਾ ਹੈ ਕਿ ਆਮ ਸਿੱਖ ਨੇ ਓਸ਼ੋ ਦੀਆਂ ਲਿਖਤਾਂ ਨਹੀਂ ਪੜ੍ਹੀਆਂ। ਮੈਂ ਸਾਰੀਆਂ ਪੜ੍ਹ ਚੁੱਕੇ ਹਾਂ। ਮਸਕੀਨ ਨੇ ਓਸ਼ੋ ਦੀ ਨਕਲ ਮਾਰ ਕੇ ਹੀ ਬਹੁਤੇ ਆਪਣੇ ਲੈਕਚਰ ਕੀਤੇ ਨੇ, ਜਿਹਨੂੰ ਕਥਾ ਕਿਹਾ ਜਾਂਦਾ ਹੈ। ਰਹੀ ਗੱਲ ਮਹਾਨ ਗੁਰਬਾਣੀ ਦੇ ਕਥਾਕਾਰ ਦੀ, ਦਾਸ ਨੂੰ ਮੁਆਫ ਕਰ ਦੇਣਾ। ਮਸਕੀਨ ਨੇ 40 ਕੁ ਸਾਲਾਂ ਦੌਰਾਨ
ਗੁਰਬਾਣੀ ਦੀ ਕਥਾ ਨਹੀਂ ਕੀਤੀ। ਜੇ ਕਥਾ ਕੀਤੀ ਹੈ ਤਾਂ ਓਸ਼ੋ ਤੋਂ ਬਾਅਦ ਸ਼ੇਖ ਸ਼ਾਦੀ, ਮੀਰ ਦਾਗ, ਮਿਰਜ਼ਾ ਗਾਲਬ ਅਤੇ ਫੈਜ਼ ਆਦਿ ਦੇ ਸ਼ੇਰਾਂ ਦੀ ਕਥਾ ਕੀਤੀ ਹੈ। ਘੰਟੇ ਭਰ ਦੀ ਕਥਾ ਵਿੱਚੋਂ ਐਵੇਂ ਨਾ ਮਾਤਰ ਕਿਧਰੇ ਗੁਰਬਾਣੀ ਦੀ ਪੰਕਤੀ ਲੱਭਦੀ ਹੈ, ਉਹ ਵੀ ਅਧੂਰੀ। ਕਿਸੇ ਪੂਰੇ ਸ਼ਬਦ ਦੀ ਮਸਕੀਨ ਨੇ ਕਦੇ ਕਥਾ ਨਹੀਂ ਕੀਤੀ। ਕਿਸੇ ਇੱਕ ਥਾਂ ਟਿਕ ਕੇ ਮਹੀਨਾ 2 ਮਹੀਨੇ ਲੜੀਵਾਰ ਗੁਰਬਾਣੀ ਦੀ ਕਥਾ ਕਦੀ ਨਹੀਂ ਕੀਤੀ। ਹਾਂ, ਅਸ਼ਲੀਲ ਕਥਾਵਾਂ ਨਾਲ ਭਰਪੂਰ ਦਸਮ ਗ੍ਰੰਥ ਨੂੰ ਉਹ ਆਪਣਾ ਇਸ਼ਟ ਮੰਨੀ ਬੈਠਾ ਸੀ। ਦਸਮ ਗ੍ਰੰਥ ਦੀਆਂ ਕਾਮ ਕ੍ਰੀੜਾ ਵਾਲੀਆਂ ਸਾਖੀਆਂ ਤੇ ਪ੍ਰਮਾਣ ਉਹ ਬੜੇ ਉਤਸ਼ਾਹ ਨਾਲ ਸੰਗਤਾਂ ਨੂੰ ਸੁਣਾਇਆ ਕਰਦਾ ਸੀ। ਮਸਕੀਨ ਆਪਣੇ 3 ਪੁੱਤਰਾਂ ਵਿੱਚੋਂ ਕਿਸੇ ਇੱਕ ਨੂੰ ਵੀ ਧਰਮ ਪ੍ਰਚਾਰਕ ਨਾ ਬਣਾ ਸਕਿਆ। ਇਸ ਦਾ ਮਤਲਬ ਇਹੀ ਨਿਕਲਦਾ ਹੈ ਕਿ ਉਸ ਨੂੰ ਧਰਮ ਪ੍ਰਚਾਰਕ ਦਾ ਇਹ ਕਿੱਤਾ ਮਨੋਂ ਸਵੀਕਾਰ ਨਹੀਂ ਸੀ। ਜੇ ਮਨ ਕਰਕੇ ਇਹ ਸੇਵਾ ਚੰਗੀ ਲੱਗਦੀ ਤਾਂ ਲਾਜ਼ਮੀ ਸੀ ਕਿ ਆਪਣੇ ਬੱਚਿਆਂ ਨੂੰ ਧਰਮ ਪ੍ਰਚਾਰਕ ਜ਼ਰੂਰ ਬਣਾਉਂਦਾ। ਸਗੋਂ ਆਪਣੇ ਬੱਚਿਆਂ ਦੇ USA ਵਿੱਚ ਹੋਰ ਕਾਰੋਬਾਰ ਚਾਲੂ ਕਰਵਾ ਦਿੱਤੇ। ਮੈਨੂੰ ਤੇ ਇਹ ਵੀ ਪਤਾ ਲੱਗਿਆ ਕਿ ਮਾਰੂਤੀ ਸੁਜ਼ੂਕੀ ਕੰਪਨੀ ਜੋ ਭਾਰਤ ਸਰਕਾਰ ਦੀ ਹੈ ਤੇ ਜੋ ਜਾਪਾਨ ਦੇ ਨਾਲ ਸਮਝੌਤਾ ਕਰਕੇ ਭਾਰਤ ਦੇ ਵਿੱਚ ਕਾਰਾਂ ਬਣਾ ਰਹੇ ਨੇ, ਉਹਨਾਂ ਦੇ ਵਿੱਚ ਮਸਕੀਨ ਦੇ ਬੇਟੇ ਦੀ ਹਿੱਸੇਦਾਰੀ ਦਾ ਵੀ ਪਤਾ ਲੱਗ ਚੁੱਕਿਆ ਹੈ। ਹਾਂ, ਆਰਥਿਕ ਪੱਖੋਂ ਕਮਜ਼ੋਰ ਕੁਝ ਨੌਜਵਾਨ ਜ਼ਰੂਰ ਉਸ ਦੀ ਸੇਵਾ ਵਿੱਚ ਰਹਿੰਦੇ ਸਨ। ਸਟੇਜ ਤੇ ਮਸਕੀਨ ਤੋਂ ਪਹਿਲਾਂ ਇਹ ਸਿਖਾਂਦਰੂ ਨੌਜਵਾਨ ਗੁਰੂ ਦੀ ਤਾਰੀਫ ਘੱਟ ਤੇ ਮਸਕੀਨ ਦੀ ਡੌਂਡੀ ਜ਼ਿਆਦਾ ਪਿੱਟਦੇ ਸਨ। ਜਿੱਥੋਂ ਅਥਾਹ ਮਾਣ ਮਿਲਿਆ, ਜਿੱਥੋਂ ਕਰੋੜਾਂ ਰੁਪਏ ਪ੍ਰਾਪਤ ਹੋਏ, ਜਿਸ ਦੀ ਬਦੌਲਤ ਦੁਨੀਆ ਦੀ ਸੈਰ ਕੀਤੀ, ਉਹੀ ਸੇਵਾ ਮਸਕੀਨ ਖੁਦ ਅਤੇ ਉਸਦੇ ਪਰਿਵਾਰ ਨੂੰ ਦਿਲੋਂ ਮਨੋਂ ਸਵੀਕਾਰ ਨਹੀਂ ਸੀ, ਭਾਵ ਕਿ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਮਸਕੀਨ ਜੀ ਪ੍ਰਚਾਰਕ ਨਾ ਬਣਾ ਸਕੇ। ਭੋਗ ਦੇ ਸਮੇਂ ਦਿੱਲੀ ਕਮੇਟੀ ਵੱਲੋਂ 50,000 ਰੁਪਏ ਦਾ ਚੈੱਕ ਮਸਕੀਨ ਜੀ ਦੀ ਪਤਨੀ ਨੂੰ ਸਹਾਇਤਾ ਵਾਸਤੇ ਦਿੱਤਾ ਗਿਆ। ਨਾਲ ਉਹਨਾਂ ਸਾਰੀਆਂ ਥਾਵਾਂ ਤੇ ਕੋਈ ਦਖਲ ਨਾ ਦੇਣ ਦਾ ਵਚਨ ਦਿੱਤਾ ਗਿਆ ਜਿੱਥੇ ਮਸਕੀਨ ਪਰਿਵਾਰ ਦਾ ਕਬਜ਼ਾ ਹੈ। ਇਸ ਦਾ ਮਤਲਬ ਹੈ ਕਿ ਉਹ ਥਾਵਾਂ ਪਹਿਲਾਂ ਕਮੇਟੀ ਦੀਆਂ ਸਨ ਜੋ ਮਸਕੀਨ ਪਰਿਵਾਰ ਲਈ ਛੱਡ ਦਿੱਤੀਆਂ ਗਈਆਂ। ਦਿੱਲੀ ਕਮੇਟੀ ਦੇ ਪ੍ਰਧਾਨ ਨੇ ਮਸਕੀਨ ਦੇ ਨਾਮ ਤੇ ਇੱਕ ਅਵਾਰਡ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ। ਪੁਰਾਤਨ ਵਿਦਵਾਨ ਤੇ ਬਹਾਦਰ ਸਿੱਖ ਸਾਰੇ ਵਿਸਾਰ ਦਿੱਤੇ ਗਏ। ਸ਼ਾਇਦ ਮਸਕੀਨ ਨੂੰ ਸਾਰਿਆਂ ਨਾਲੋਂ ਮਹਾਨ ਮੰਨ ਲਿਆ ਗਿਆ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਨੇ ਹੋਰ ਵੱਡੀ ਛਾਲ ਮਾਰਦਿਆਂ ਮਸਕੀਨ ਦੀ ਯਾਦ ਵਿੱਚ ਭਾਈ ਗੁਰਦਾਸ ਅਵਾਰਡ ਦੇਣ ਦਾ ਫੈਸਲਾ ਸੁਣਾਇਆ। ਪਹਿਲਾਂ 1 ਲੱਖ ਰੁਪਏ ਦਾ ਇਨਾਮ ਮਸਕੀਨ ਲਈ ਰਾਖਵਾਂ ਰੱਖ ਕੇ ਉਸ ਦੀ ਪਤਨੀ ਨੂੰ ਦਿੱਤਾ ਜਾਵੇਗਾ। 10 ਲੱਖ ਰੁਪਇਆ ਸ਼੍ਰੋਮਣੀ ਕਮੇਟੀ ਵੱਲੋਂ ਮਸਕੀਨ ਦੇ ਪਰਿਵਾਰ ਨੂੰ ਸਹਾਇਤਾ ਵਾਸਤੇ ਤੁਰੰਤ ਦੇ ਦਿੱਤਾ ਗਿਆ। ਅਫਸੋਸ, ਬਹੁਤ ਅਫਸੋਸ, ਜਿਸ ਮਸਕੀਨ ਜੀ ਦੇ 3 ਪੁੱਤਰ ਵਿਦੇਸ਼ਾਂ ਵਿੱਚ ਚੰਗੀ ਤਰ੍ਹਾਂ ਆਪਣੇ ਕਾਰੋਬਾਰ ਸਥਾਪਿਤ ਕਰ ਚੁੱਕੇ ਹਨ, ਜਿਸ ਨੇ ਪੁਸਤਕਾਂ, ਕੈਸਟਾਂ ਅਤੇ ਦੇਸ਼ ਵਿਦੇਸ਼ ਵਿੱਚ ਕਥਾ ਭੇਟਾ ਲੈ ਕੇ ਅਸੰਖਾਂ ਅਣਗਿਣਤ ਰੁਪਇਆ ਕਮਾਇਆ, ਉਸੇ ਨੂੰ ਹੋਰ ਬਹੁਤ ਵੱਡੀਆਂ ਰਕਮਾਂ ਦੇ ਦਿੱਤੀਆਂ ਗਈਆਂ। ਸੰਗਤਾਂ ਦੀ ਗੁਰਦੁਆਰਿਆਂ ਵਿੱਚ ਸ਼ਰਧਾ ਸਹਿਤ ਅਰਪਣ ਕੀਤੀ ਮਾਇਆ ਇਸ ਤਰ੍ਹਾਂ ਉਜਾੜੀ ਜਾ ਰਹੀ ਹੈ। ਰੱਜੇ ਨੂੰ ਹੋਰ ਰਜਾਇਆ ਗਿਆ। ਆਰਥਿਕ ਪੱਖੋਂ ਕਮਜ਼ੋਰ ਸਿੱਖ ਨੌਜਵਾਨਾਂ ਨੂੰ ਕਥਾਵਾਚਕ ਬਣਾਉਣ ਲਈ ਕੋਈ ਯੋਗ ਸਿੱਖਿਆ ਕੇਂਦਰ ਨਹੀਂ ਖੋਲ੍ਹੇ ਗਏ। ਆਰਥਿਕ ਪੱਖੋਂ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਜਾਂਦੀ, ਪਰ ਇੱਧਰ ਪਹਿਲਾਂ ਹੀ ਕਰੋੜਾਂ ਵਿੱਚ ਖੇਡ ਰਹੇ ਮਸਕੀਨ ਪਰਿਵਾਰ ਨੂੰ ਹੋਰ ਵੱਡੇ ਗੱਫੇ ਦੇ ਦਿੱਤੇ ਗਏ। ਇਸ ਤਰ੍ਹਾਂ ਦੇ ਸਨਮਾਨ ਪ੍ਰੋਫੈਸਰ ਸਾਹਿਬ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਡਾਕਟਰ ਗੰਡਾ ਸਿੰਘ, ਸਰਦਾਰ ਨਾਰਾਇਣ ਸਿੰਘ, ਗੁਰੂ ਨਾਨਕ ਮਿਸ਼ਨ ਪਟਿਆਲਾ ਆਦਿ ਨੂੰ ਕਦੀ ਨਾ ਦਿੱਤੇ ਗਏ। ਮਸਕੀਨ ਨੂੰ ਹੀ ਕਿਉਂ ਇੰਨਾ ਮਾਣ ਦਿੱਤਾ ਗਿਆ, ਇਹ ਸੋਚਣਾ ਬਣਦਾ ਹੈ। ਆਪਣੀ ਕਥਾ ਵਿੱਚ ਮਸਕੀਨ ਜਿੱਥੇ ਚੰਗੀਆਂ ਗੱਲਾਂ ਵੀ ਕਰਦਾ ਸੀ, ਉੱਥੇ ਹੀ ਗੁਰਮਤਿ ਤੋਂ ਉਲਟ ਹਾਸੋਹੀਣੀਆਂ ਗੈਰ ਵਿਗਿਆਨਕ ਗੱਲਾਂ ਆਮ ਹੀ ਕਰਿਆ ਕਰਦਾ ਸੀ। ਰਿਕਾਰਡ ਹੋਈਆਂ ਕੈਸਟਾਂ, ਫਿਲਮਾਂ ਮੇਰੀ ਲਿਖਤ ਦੀ ਪ੍ਰੋੜਤਾ ਕਰਦੀਆਂ ਹਨ। ਇੱਕ ਤਾਂ ਇਹ ਝੂਠ ਆਮ ਬੋਲਦਾ ਸੀ ਸਟੇਜਾਂ ਤੇ ਭਈ ਮੇਰੀ ਕਥਾ ਸੁਣਨ ਵਾਸਤੇ ਦੇਵਤੇ ਅਤੇ ਫਰਿਸ਼ਤੇ ਆਉਂਦੇ ਹਨ। ਉਹ ਕਿਸੇ ਨੂੰ ਦਿਸਦੇ ਨਹੀਂ, ਸਿਰਫ ਮੈਨੂੰ ਨਜ਼ਰ ਆਉਂਦੇ ਨੇ। ਲੱਗਦਾ ਅਖੀਰਲੇ ਦਿਨਾਂ ਵਿੱਚ ਮਸਕੀਨ ਮਾਨਸਿਕ ਸੰਤੁਲਨ ਗਵਾ ਬੈਠਾ ਸੀ, ਵਰਨਾ ਅਜਿਹੀ ਬੇਸਿਰ ਪੈਰ ਦੀ ਗੱਲ ਕਦੀ ਜ਼ੁਬਾਨੋਂ ਨਾ ਕੱਢਦਾ। ਹੋਰ ਸੁਣੋ,
ਮਸਕੀਨ ਇਹ ਝੂਠ ਵੀ ਬੋਲਣੋਂ ਨਹੀਂ ਰੁਕਦਾ ਸੀ ਕਿ ਨਾਮ ਭਗਤੀ ਨਾਲ ਮਨੁੱਖ ਵਧੇ ਹੋ ਕੇ ਅੱਖ ਦੇ ਫੋਰ ਵਿੱਚ ਜਿੱਥੇ ਜੀ ਚਾਹੇ ਜਾ ਸਕਦਾ ਹੈ। ਬਕੌਲ ਮਸਕੀਨ ਇਸ ਤਰ੍ਹਾਂ ਦੇ ਵਧੇ ਬੰਦੇ ਮੈਂ ਵੇਖੇ ਨੇ। ਮਸਕੀਨ ਕਿਹਾ ਕਰਦਾ ਸੀ ਕਿ ਵਧੇ ਬੰਦੇ ਮੈਂ ਵੇਖੇ ਨੇ। ਇਹਨਾਂ ਗੱਪਾਂ ਨਾਲ ਪਤਾ ਨਹੀਂ ਮਸਕੀਨ ਧਰਮ ਦੀ ਕਿਹੜੀ ਮਹਾਨ ਸੇਵਾ ਕਰਦਾ ਰਿਹਾ ਹੈ। ਫਿਰ 40-50 ਸਾਲ ਦੀ ਆਪਣੀ ਖੁਦ ਦੀ ਨਾਮ ਭਗਤੀ ਦੁਆਰਾ ਮਸਕੀਨ ਕਿਉਂ ਵਧੇ ਨਾ ਹੋ ਸਕਿਆ? ਗੱਡੀਆਂ, ਕਾਰਾਂ, ਜਹਾਜ਼ਾਂ ਦੀ ਤਾਂ ਉੱਕਾ ਹੀ ਲੋੜ ਨਹੀਂ ਰਹਿਣੀ ਸੀ। ਵਿਦੇਸ਼ਾਂ ਵਿੱਚ ਜਾਣ ਲੱਗੇ ਵੱਡੀਆਂ ਰਕਮਾਂ ਟਿਕਟਾਂ ਲਈ ਕਿਉਂ ਖਰਚਦਾ ਰਿਹਾ? ਵਧੇ ਹੋਣ ਦਾ ਸ਼ੁਭ ਮੰਤਰ ਆਪਣੇ ਚੇਲਿਆਂ ਨੂੰ ਦੱਸ ਕੇ ਕਿਉਂ ਨਾ ਮਰਿਆ, ਤਾਂ ਕਿ ਉਹ ਭਾੜੇ ਕਿਰਾਏ ਤੋਂ ਬਚ ਜਾਂਦੇ ਅਤੇ ਬਿਨਾਂ ਟਿਕਟ ਤੋਂ ਵਿਦੇਸ਼ਾਂ 'ਚ ਪਹੁੰਚ ਜਾਂਦੇ ਅਤੇ ਸ਼ਾਇਦ ਵੀਜ਼ਾ ਵੀ ਨਾ ਹੀ ਲਵਾਉਣਾ ਪੈਂਦਾ, ਕਿਉਂਕਿ ਸਾਰੇ ਕੰਮ ਮੰਤਰ ਪੜ੍ਹ ਕੇ ਮਸਕੀਨ ਦੇ ਮੁਤਾਬਕ ਵਧੇ ਬੰਦਾ ਕਰ ਸਕਦਾ ਹੈ। ਮਸਕੀਨ ਵੱਲੋਂ ਗੁਰਬਾਣੀ ਦੇ ਗਲਤ ਅਰਥ ਕੀਤੇ ਜਾਂਦੇ ਸਨ। ਕਿਵੇਂ ਮਨਮਰਜ਼ੀ ਦੇ ਤੋੜ ਮਰੋੜ ਕੇ ਅਰਥ ਕਰਦਾ ਸੀ, ਇਸ ਦੀਆਂ ਮਿਸਾਲਾਂ ਸਬੂਤ ਤਾਂ ਮੇਰੇ ਕੋਲ ਅਣਗਿਣਤ ਹਨ। ਕੁਝ ਕੁ ਨਮੂਨੇ ਲਈ ਹਾਜ਼ਰ ਹਨ। ਨਾਮ ਤੇ ਕਾਮ 1 ਘੰਟੇ ਦੀ ਕਥਾ ਵਿੱਚ ਮਸਕੀਨ ਸਾਫ਼ ਸਪਸ਼ਟ ਸਤਿਗੁਰੂ ਜੀ ਨੂੰ ਕੋਕ ਸ਼ਾਸਤਰ, ਪੁਰਾਤਨ ਅਣਵਿਗਿਆਨਕ ਕੋਕਾ ਜਾਂ ਵਾਸਤਾਇਨ ਬ੍ਰਾਹਮਣ ਦੀ ਲਿਖੀ ਪੁਸਤਕ ਦਾ ਅਨੁਯਾਈ ਸਿੱਧ ਕਰਨ ਦਾ ਦੁਖਦਾਈ ਹਰਕਤ ਕਰਦਾ ਹੈ। ਗੁਰਬਾਣੀ ਦੀਆਂ ਅਧੂਰੀਆਂ ਚੁੱਕ ਕੇ ਅਨਰਥ ਕਰਦਾ ਰਿਹਾ ਹੈ। ਸੈਕਸ ਦੀ ਸਿੱਖਿਆ ਵਰਗੇ ਪ੍ਰਮਾਣ ਪੇਸ਼ ਕਰਦਾ ਹੈ। ਸੁਣੋ, ਬਾਲ ਕੰਨਿਆ ਕੋ ਬਾਪ ਪਿਆਰਾ। ਇਸ ਗੱਲ ਨੂੰ ਕਿੰਨੀ ਵਾਰੀ ਉਹਨੇ ਸਟੇਜ 'ਤੇ ਬੋਲਿਆ। ਆਪਣੀ ਜੋ ਰਿਕਾਰਡ ਕੈਸਟ ਸੀ ਮੇਰੇ ਕੋਲੇ 1 ਘੰਟੇ ਦੀ, ਉਹਦੇ ਵਿੱਚ ਬਾਰ-ਬਾਰ ਦੁਹਰਾਇਆ, ਬਾਲ ਕੰਨਿਆ ਕੋ ਬਾਪ ਪਿਆਰਾ, ਬਾਲ ਕੰਨਿਆ ਕੋ ਬਾਪ ਪਿਆਰਾ। ਇਹ ਪਤਾ ਕਿਉਂ ਹੈ? ਕਿਉਂਕਿ ਇਹ ਸੈਕਸ ਖਿੱਚ ਹੁੰਦੀ ਹੈ ਮਦੀਨ ਨੂੰ ਨਰ ਪ੍ਰਤੀ, ਭਾਵੇਂ ਉਹ ਪਿਤਾ ਹੀ ਕਿਉਂ ਨਾ ਹੋਵੇ। ਧੀ ਦਾ ਆਪਣੇ ਪਿਤਾ ਨਾਲ ਪਿਆਰ ਬਹੁਤਾ ਇਸ ਕਰਕੇ ਹੁੰਦਾ ਹੈ, ਪਿਤਾ ਦਾ ਧੀ ਨਾਲ ਪਿਆਰ ਬਹੁਤਾ ਇਸ ਕਰਕੇ ਹੁੰਦਾ ਹੈ ਕਿਉਂਕਿ ਸੈਕਸ ਖਿੱਚ ਇੱਕ ਦੂਜੇ ਵੱਲ ਹੁੰਦੀ ਹੈ। ਇਸੇ ਤਰ੍ਹਾਂ ਪੁੱਤਰ ਦਾ ਮਾਂ ਨਾਲ ਬਹੁਤਾ ਪਿਆਰ ਤਾਂ ਹੁੰਦਾ ਹੈ ਅਤੇ ਮਾਂ ਦਾ ਪੁੱਤਰ ਨਾਲ ਬਹੁਤਾ ਪਿਆਰ ਤਾਂ ਹੁੰਦਾ ਹੈ ਕਿਉਂਕਿ ਸੈਕਸ ਖਿੱਚ ਹੁੰਦੀ ਹੈ। ਅਤੇ ਧੀ ਦਾ ਮਾਂ ਨਾਲ, ਪੁੱਤਰ ਦਾ ਪਿਓ ਨਾਲ ਓਨਾ ਪਿਆਰ ਨਹੀਂ ਹੁੰਦਾ ਕਿਉਂਕਿ ਉੱਧਰ ਦੋਵੇਂ ਲਿੰਗ ਬਰਾਬਰ ਦੇ ਹੁੰਦੇ ਨੇ। ਇਹ ਕਹਾਣੀਆਂ ਵੀ ਸਟੇਜਾਂ 'ਤੇ ਉੱਤੇ ਉਹ ਸੁਣਾਉਂਦਾ ਰਿਹਾ ਹੈ। ਬਾਲ ਕੰਨਿਆ ਕੋ ਬਾਪ ਪਿਆਰਾ ਇਹ 596 ਪੰਨੇ 'ਤੇ ਹੈ ਅਤੇ ਤੁਸੀਂ ਆਪ ਪੜ੍ਹ ਕੇ ਦੇਖ ਲਓ। ਸ਼ਬਦ ਹੋਰ ਕੁਝ ਕਹਿੰਦਾ, ਇਹ ਭਾਈ ਹੋਰ ਅਰਥ ਕਰੀ ਜਾਂਦਾ। ਬੇਟੀ ਨੂੰ ਪਿਤਾ ਨਾਲ ਪਿਆਰ ਹੁੰਦਾ ਹੈ, ਬੇਟੇ ਨੂੰ ਮਾਂ ਨਾਲ ਪਿਆਰ ਹੁੰਦਾ ਹੈ। ਪਿਤਾ ਦਾ ਪੁੱਤਰ ਨਾਲ ਉਤਨਾ ਪਿਆਰ ਨਹੀਂ ਜਿਤਨਾ ਪੁੱਤਰੀ ਨਾਲ ਹੁੰਦਾ ਹੈ। ਮਾਂ ਦਾ ਬੇਟੀ ਨਾਲ ਉਤਨਾ ਪਿਆਰ ਨਹੀਂ ਜਿੰਨਾ ਬੇਟੇ ਨਾਲ ਹੁੰਦਾ ਹੈ, ਕਿਉਂਕਿ ਵਿਰੋਧੀ ਲਿੰਗ ਦੀ ਇੱਕ ਦੂਜੇ ਲਈ ਅੰਤਰੀਵ ਖਿੱਚ ਹੋਇਆ ਕਰਦੀ ਹੈ। ਜਿੱਥੋਂ ਇਹ ਪੰਕਤੀ ਚੁੱਕੀ ਗਈ ਹੈ ਉੱਥੇ ਅਸਲ ਮੁੱਦਾ ਮੌਤ ਦਾ ਚੱਲ ਰਿਹਾ ਹੈ। ਸੈਕਸ ਵਾਲੀ ਗੱਲ ਨੇੜੇ ਤੇੜੇ ਵੀ ਨਹੀਂ ਹੈ ਬਣਦੀ। ਅਸਲ ਪੂਰੀਆਂ ਪੰਕਤੀਆਂ ਇਹ ਨੇ, ਮਾਏ ਬਾਪ ਕੋ ਬੇਟਾ ਨੀਕਾ, ਸਸੁਰੇ ਚਤਰ ਜਮਾਈ। ਮਾਤਾ ਪਿਤਾ ਨੂੰ ਬੇਟਾ ਔਲਾਦ ਪਿਆਰੀ ਹੈ, ਸਹੁਰੇ ਨੂੰ ਜਮਾਈ ਪਿਆਰਾ ਹੈ। ਬਾਲ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਭਾਈ। ਇੱਥੇ ਸਾਰੀਆਂ ਉਦਾਹਰਣਾਂ ਨੇ। ਬੇਟੀ ਨੂੰ ਪਿਤਾ ਪਿਆਰਾ ਹੈ, ਭਾਈ ਨੂੰ ਭਾਈ ਪਿਆਰਾ ਹੈ। ਹੁਕਮ ਭਇਆ ਬਾਹਰ ਘਰ ਛੋੜਿਆ, ਖਿਨਮੈ ਭਈ ਭਰਾਈ। ਭਾਈ ਅਕਾਲ ਪੁਰਖ ਦਾ ਜੋ ਨਿਯਮ ਹੈ, ਜਦੋਂ ਉਹਦੇ ਮੁਤਾਬਕ ਬੰਦੇ ਦੀ ਮੌਤ ਆਉਂਦੀ ਹੈ ਤਾਂ ਸਾਰਾ ਕੁਝ ਰਿਸ਼ਤੇ ਇੱਥੇ ਹੀ ਰਹਿ ਜਾਂਦੇ ਨੇ ਅਤੇ ਬੰਦਾ ਇੱਥੋਂ ਵਿਦਾ ਹੋ ਜਾਂਦਾ, ਜਿਹਨੂੰ ਅਸੀਂ ਮੌਤ ਆਉਣੀ ਕਹਿੰਦੇ ਹਾਂ। ਮੱਧ ਪ੍ਰਦੇਸ਼ ਦੇ ਖਾਜੂਰਾਹੋ ਮੰਦਰਾਂ ਵਿੱਚ ਭਟਕੇ ਹੋਏ ਲੋਕ ਨੰਗੇਜ ਭਰਪੂਰ ਕਾਮ ਵਾਸ਼ਨਾ ਨੂੰ ਉਤੇਜਨ ਕਰਨ ਵਾਲੀਆਂ ਅਸੱਭਿਕ ਮੂਰਤੀਆਂ ਮਸਕੀਨ ਨੂੰ ਤੱਤ ਗੁਰਮਤ ਨਜ਼ਰ ਆਉਂਦੀਆਂ ਹਨ। ਉਹਨਾਂ ਦੇ ਨੰਗੇਜ ਦੀ ਅਤੇ ਇਹਨਾਂ ਨੂੰ ਬਣਾਉਣ ਵਾਲਿਆਂ ਦੀ ਮਸਕੀਨ ਖੁੱਲ੍ਹ ਕੇ ਪ੍ਰਸ਼ੰਸਾ ਕਰਦਾ ਰਿਹਾ ਹੈ। ਹਵਾਲੇ ਵਾਸਤੇ ਗੁਰਬਾਣੀ ਦੀ ਨੀਵੇਂ ਪੱਧਰ ਤੱਕ ਜਾ ਕੇ ਘਟੀਆ ਵਰਤੋਂ ਕਰਦਾ ਰਿਹਾ ਹੈ। ਗੁਰੂਆਂ ਨੂੰ ਇਹਨਾਂ ਦੇ ਪਿੱਛੇ ਤੋਰਨ ਦੀ ਹਿਰਦੇ ਵੇਦਕ ਕਾਰਵਾਈ ਕਰਦਾ ਹੈ। ਗੁਰਬਾਣੀ ਨੇ ਮਨੁੱਖ ਨੂੰ ਸੰਜਮ ਵਾਲਾ ਜੀਵਨ ਜਿਉਣ ਦੀ ਹਦਾਇਤ ਕੀਤੀ ਹੈ। ਜਿਨ੍ਹਾਂ ਮੂਰਤੀਆਂ ਦੀ ਪ੍ਰਸ਼ੰਸਾ ਮਸਕੀਨ ਕਰ ਰਿਹਾ ਹੈ, ਉਹ ਸਾਰੀਆਂ ਸੰਜਮ ਦੀਆਂ ਹੱਦਾਂ ਉਲੰਘਣ ਵਾਲੀਆਂ ਅਵਸਥਾਵਾਂ ਨੂੰ ਬੇਸ਼ਰਮੀ ਭਰੇ ਢੰਗ ਨਾਲ ਲੋਕਾਈ ਸਨਮੁਖ ਰੱਖ ਰਹੀਆਂ ਹਨ। ਲੇਖਕ ਨੂੰ ਉੱਥੇ ਉਹ ਮੂਰਤੀਆਂ ਵੇਖਣ ਦਾ ਮੌਕਾ ਮਿਲਿਆ, ਜਾਣੀ ਕਿ ਮੈਨੂੰ ਮੌਤ ਦਾ ਮੌਕਾ ਮਿਲਿਆ। ਉੱਥੋਂ ਦਾ ਗਾਈਡ ਮਸਕੀਨ ਵਾਂਗ ਮੋਮੋ ਠਗਣੀਆਂ ਮਾਰਦਿਆਂ ਦੱਸ ਰਿਹਾ ਸੀ, ਜੀ ਇਹ ਵਾਸ਼ਨਾਵਾਂ ਵਾਲੀਆਂ ਨੰਗੇਜ ਭਰਪੂਰ ਮੂਰਤੀਆਂ
ਵੱਡੇ ਵੱਡੇ ਰਿਸ਼ੀ ਮੁਨੀਆਂ ਦੀ ਮਹਾਨ ਘਾਲਣਾ ਦਾ ਨਤੀਜਾ ਹਨ। ਇਹਨਾਂ ਨੂੰ ਕੁਝ ਸਮਾਂ ਵੇਖਣ ਤੋਂ ਬਾਅਦ ਤੁਸੀਂ ਸ਼ਾਂਤ ਹੋ ਜਾਓਗੇ। ਫਿਰ ਮੰਦਰ ਦੇ ਅੰਦਰ ਜਾ ਕੇ ਭਗਵਾਨ ਦੇ ਦਰਸ਼ਨ ਕਰ ਲੈਣਾ। ਮੈਂ ਉਸ ਦੀ ਗਲਤ ਬਿਆਨੀ ਤੇ ਫਟਕਾਰ ਪਾਉਂਦਿਆਂ ਪੁੱਛਿਆ, ਓਏ ਨਾ ਸਮਝ ਇਨਸਾਨ, ਮੈਂ 58 ਸਾਲ ਦਾ ਬੁੱਢਾ ਹਾਂ। ਇਹਨਾਂ ਮੂਰਤੀਆਂ ਨੂੰ ਵੇਖ ਕੇ ਮੇਰਾ ਮਨ ਬੇਚੈਨ ਹੋ ਉੱਠਿਆ ਹੈ। ਸ਼ਾਂਤ ਹੋਣ ਵਾਸਤੇ ਘੱਟ ਤੋਂ ਘੱਟ 1 ਹਫ਼ਤਾ ਲੱਗ ਜਾਵੇਗਾ। ਜਿਹੜੇ ਨੌਜਵਾਨ ਲੋਕ ਇਹਨਾਂ ਨੂੰ ਵੇਖਦੇ ਨੇ ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ। ਤਾਤਪਰਜ ਇਹ ਕਿ ਸਾਡੇ ਮਹਾਨ ਕਥਾਕਾਰ ਮਸਕੀਨ ਜੀ ਨੂੰ ਉਹ ਅਸ਼ਲੀਲ ਮੂਰਤੀਆਂ ਗੁਰਮਤ ਅਨੁਸਾਰੀ ਨਜ਼ਰ ਆਉਂਦੀਆਂ ਸਨ ਤੇ ਇਹਨਾਂ ਨੂੰ ਅੱਜ ਵੀ YouTube ਤੋਂ ਖਾਜੂ ਰਾਹੋ ਮੰਦਰ ਟਾਈਪ ਕਰਕੇ ਤੁਸੀਂ ਸਰਚ ਕਰਨਾ, ਤੁਹਾਡੇ ਸਾਹਮਣੇ ਨੰਗੇਜ ਭਰਪੂਰ ਅਸ਼ਲੀਲ ਨੀਚਤਾ ਦੀਆਂ ਹੱਦਾਂ ਪਾਰ ਕਰਨ ਵਾਲੀਆਂ ਮੂਰਤੀਆਂ ਤੁਹਾਡੇ ਸਾਹਮਣੇ ਆ ਜਾਣਗੀਆਂ YouTube ਤੇ। ਤੁਸੀਂ ਆਪ ਵੇਖ ਸਕਦੇ ਹੋ। ਖਾਜੂ ਰਾਹੋ ਟੈਂਪਲ ਟਾਈਪ ਕਰ ਦਿਓ। ਗੁਰਬਾਣੀ ਦੇ ਗਲਤ ਅਰਥਾਂ ਬਾਰੇ ਇੱਕ ਹਵਾਲਾ ਹੋਰ। ਮਸਕੀਨ ਆਪਣੀ ਕਥਾ ਵਿੱਚ ਵੱਡੀ ਮਾਰਕੇ ਦੀ ਗੱਲ ਦੱਸ ਰਿਹਾ ਹੈ ਕਿ ਨਾਮ ਜਪ ਕੇ ਮਨੁੱਖ ਪਰਮਾਣੂ ਵਰਗਾ ਮਹੀਨ ਬਰੀਕ ਬਣ ਜਾਂਦਾ ਹੈ। ਜਿੱਥੇ ਜੀ ਚਾਹੇ ਚੰਦ ਸੂਰਜ ਤਾਰਿਆਂ ਤੱਕ ਖਿੰਨ ਪਲ ਵਿੱਚ ਜਾ ਸਕਦਾ ਹੈ। ਸਰੀਰ ਨੂੰ ਜਿੰਨਾ ਚਾਹੇ ਛੋਟਾ ਵੱਡਾ ਕਰ ਸਕਦਾ ਹੈ। ਪੰਗਤੀ ਪਰਮਾਣੂ ਲਈ ਉਸਨੇ ਇਹ ਵਰਤੀ ਹੈ, ਪਰਮਾਣੂ ਪਰਯੰਤ ਆਕਾਸ਼ੈ ਦੀਪ ਲੋ ਸਿਖੰਡਣੈ ਗੱਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨਾ ਸਿੱਧਤੇ। ਇਹ 1360 ਪੰਨੇ ਦੇ ਉੱਤੇ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ। ਅਸਲ ਵਿੱਚ ਸਤਿਗੁਰੂ ਅਰਜਨ ਸਾਹਿਬ ਪਰਮਾਣੂ ਐਟਮ ਦੀ ਅਸੀਮ ਸ਼ਕਤੀ ਨੂੰ ਜਾਣਦੇ ਸਨ। ਉਹਨਾਂ ਦਾ ਪਾਵਨ ਵਾਕ ਸਮਝਾ ਰਿਹਾ ਹੈ ਕਿ ਇਨਸਾਨ ਪਰਮਾਣੂ ਦੀ ਕੰਮ ਕਰਨ ਦੀ ਵਿਧੀ ਨੂੰ ਸਮਝ ਕੇ ਉਸ ਦੀ ਵਰਤੋਂ ਦੁਆਰਾ ਅਸੀਮ ਤਾਕਤ ਹਾਸਲ ਕਰ ਸਕਦਾ ਹੈ। ਉਸੇ ਤਾਕਤ ਦੀ ਬਦੌਲਤ ਘੱਟ ਤੋਂ ਘੱਟ ਸਮੇਂ ਵਿੱਚ ਲੰਮੀਆਂ ਦੂਰੀਆਂ ਪਾਰ ਕਰ ਸਕਦਾ ਹੈ। ਪਰ ਪਦਾਰਥਾਂ ਦੀ ਬਹੁਲਤਾ ਤੇਜ਼ ਗਤੀ ਇਨਸਾਨ ਨੂੰ ਪੂਰਨ ਆਨੰਦ ਨਹੀਂ ਦੇ ਸਕੇਗੀ। ਸਦੀਵ ਕਾਲ ਵਾਲੀ ਖੁਸ਼ੀ ਸਤਿਗੁਰੂ ਜੀ ਦੀ ਆਗਿਆ ਵਿੱਚੋਂ ਹੀ ਪ੍ਰਾਪਤ ਹੋ ਸਕੇਗੀ। ਪਰ ਮਸਕੀਨ ਪਰਮਾਣੂ ਦੀ ਤਾਕਤ ਬਿਆਨ ਕਰਨ ਦੀ ਥਾਵੇਂ ਇਨਸਾਨ ਨੂੰ ਹੀ ਪਰਮਾਣੂ ਜਿੰਨਾ ਬਰੀਕ ਕਰਨ ਤੇ ਸਾਰਾ ਜ਼ੋਰ ਲਾਉਂਦਾ ਰਿਹਾ। ਮਸਕੀਨ ਰਾਮਚੰਦਰ, ਕ੍ਰਿਸ਼ਨ, ਬਰਮਾ, ਵਿਸ਼ਨੂੰ ਦੀ ਪ੍ਰਸ਼ੰਸਾ ਵਿੱਚ ਘੰਟਿਆਂ ਬੱਧੀ ਬੋਲਦਾ ਰਿਹਾ ਹੈ। ਰਾਮਚੰਦਰ ਨੂੰ ਮਰਿਆਦਾ ਪੁਰਸ਼ੋਤਮ ਗਰਦਾਨਦਾ ਰਿਹਾ ਹੈ। ਪੌਰਾਣਿਕ ਕਲਪਤ ਪਾਤਰਾਂ ਦੀ ਅਥਾਹ ਪ੍ਰਸ਼ੰਸਾ ਕਰਦਾ ਰਿਹਾ ਹੈ। ਅਫਸੋਸ ਕਿ ਉਸ ਨੂੰ ਸਰੀਰ ਚੀਰ ਦੇ ਆਰੇ, ਰੰਬੀਆਂ ਦੀਆਂ ਤਿੱਖੀਆਂ ਧਾਰਾਂ, ਮਾਸੂਮਾਂ ਦਾ ਨੇਜ਼ਿਆਂ 'ਤੇ ਟੰਗਿਆ ਜਾਣਾ, ਜੰਗਲੀ ਵਾਸਾ, ਵੱਡੇ ਛੋਟੇ ਘੱਲੂ ਘਾਰੇ ਉਸਨੇ ਸਭ ਵਿਸਾਰ ਦਿੱਤੇ। ਹਿੰਦੂ ਦੇਵੀ ਦੇਵਤੇ ਉਸ ਨੂੰ ਬੜੇ ਪੂਜਨੀਕ ਲੱਗਦੇ ਸਨ। ਸਾਰੀ ਉਮਰ ਵਿੱਚ ਉਸਨੇ ਗੁਰਬਾਣੀ ਵਿੱਚੋਂ ਕਿਸੇ ਸਿਧਾਂਤਕ ਸ਼ਬਦ ਦੀ ਵਿਆਖਿਆ ਕਦੇ ਕੀਤੀ ਹੀ ਨਹੀਂ। ਮਸਕੀਨ ਦੇ ਇਸ ਸ਼ਰਧਾਂਜਲੀ ਪ੍ਰੋਗਰਾਮ ਵਿੱਚ ਮਨਮਤ ਦੇ ਵਿਰੁੱਧ ਬੋਲਣ ਦੀ ਕਿਸੇ ਤੋਂ ਕੀ ਆਸ ਕੀਤੀ ਜਾ ਸਕਦੀ ਹੈ, ਕਿਉਂਕਿ ਇੱਥੇ ਅਖੌਤੀ ਪੰਜੇ ਜਥੇਦਾਰ ਵੀ ਪੁੱਜੇ ਹੋਏ ਸਨ। ਇਹ ਉਹੀ ਜਥੇਦਾਰ ਹਨ ਜੋ 3 ਦਿਨ ਪਹਿਲਾਂ ਅਕਾਲ ਤਖਤ ਤੇ TV ਚੈਨਲ ਵਾਲਿਆਂ ਦੇ ਐਨ ਸਾਹਮਣੇ ਗੁਰੂ ਸਾਹਿਬ ਜੀ ਦੀ ਬੇਪਤੀ ਕਰ ਰਹੇ ਸਨ। ਇੱਕ ਦੂਜੇ 'ਤੇ ਗੰਦੇ ਇਲਜ਼ਾਮ ਲਾ ਰਹੇ ਸਨ। ਇੱਕ ਦੂਜੇ ਦੀਆਂ ਪੱਗਾਂ ਲਾਹੁਣ ਨੂੰ ਤਿਆਰ ਸਨ। ਕੋਈ ਰਿਸ਼ਵਤ ਕੇਸ ਵਿੱਚ, ਕੋਈ 3-3 ਤੀਵੀਆਂ ਰੱਖਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ। ਉਹੀ ਬੇਦੰਤੀ ਧਨਵੰਤ ਸਿੰਘ ਸਾਧ ਨੂੰ ਬਾਕੀ ਜਥੇਦਾਰ ਵੀ ਨਾਲ ਹੀ ਸਨ, ਦੋਸ਼ ਮੁਕਤ ਕਰ ਗਿਆ। ਗੁਰਦਾਸਪੁਰ ਦੀ ਸਰਕਾਰੀ ਅਦਾਲਤ ਨੇ ਉਸੇ ਸਾਧ ਨੂੰ ਦੋਸ਼ੀ ਮੰਨਦਿਆਂ 10 ਸਾਲ ਦੀ ਕੈਦ ਬਾਮੁਸ਼ੱਕਤ ਤੇ 10,000 ਰੁਪਏ ਜੁਰਮਾਨਾ ਕੀਤਾ। ਪਟਨੇ ਵਾਲੇ ਇਕਬਾਲ ਸਿੰਘ ਨੂੰ 3 ਤੀਵੀਆਂ ਰੱਖਣ ਦੇ ਦੋਸ਼ ਵਿੱਚ ਰਿਸ਼ਵਤਖੋਰ ਜਥੇਦਾਰ ਨੇ ਦੋਸ਼ੀਆਂ ਨੇ ਅਕਾਲ ਤਖਤ 'ਤੇ ਤਲਬ ਕੀਤਾ। ਇਕਬਾਲ ਸਿੰਘ ਨੇ ਸਤਿਗੁਰੂ ਜੀ ਦੇ ਮੱਥੇ 'ਤੇ ਦੋਸ਼ ਮੜ ਕੇ ਕਿਹਾ, ਅਖੇ 6ਵੇਂ ਪਾਤਸ਼ਾਹ, 7ਵੇਂ ਗੁਰੂ ਜੀ ਅਤੇ 10ਵੇਂ ਪਾਤਸ਼ਾਹ ਹਜੂਰ ਨੇ ਵੀ ਤਾਂ ਕਈ ਵਿਆਹ ਕਰਵਾਏ ਹੋਏ ਸਨ। ਜੇ ਮੈਂ ਕਰਵਾ ਲਏ ਤਾਂ ਫਿਰ ਕਿਹੜਾ ਗੁਰਮਤ ਤੋਂ ਉਲਟ ਹੋਇਆ? ਤੇ ਉਹ ਦਨਦਨਾਂਦਾ ਹੋਇਆ ਅਕਾਲ ਤਖਤ 'ਤੇ ਚਲਾ ਗਿਆ। ਮਸਕੀਨ ਦੀ ਭੋਗ ਸਮਾਪਤੀ 'ਤੇ ਉਹੀ ਇਕਬਾਲ ਸਿੰਘ ਫਿਰ ਸਿੰਘ ਸਾਹਿਬ ਬਣ ਕੇ ਸੰਗਤਾਂ ਨੂੰ ਉਪਦੇਸ਼ ਕਰ ਰਿਹਾ ਸੀ। UK ਵਿੱਚ ਸਾਊਥ ਹਾਲ ਦੇ ਅਕਾਲੀ ਸਿੱਖਾਂ ਦੇ ਗੁਰਦੁਆਰੇ ਵਿੱਚ ਬੜੀ ਦਲੇਰੀ ਨਾਲ ਪ੍ਰਬੰਧਕਾਂ ਨੇ ਮਸਕੀਨ ਨੂੰ ਤਾੜਨਾ ਕਰ ਦਿੱਤੀ ਕਿ ਤੁਹਾਡੇ ਤੋਂ ਤੱਤ ਗੁਰਮਤ ਸੁਣਨੀ ਚਾਹੁੰਦੇ ਹਾਂ, ਮਨੋ ਕਲਪਤ ਕਹਾਣੀਆਂ ਅਸੀਂ ਨਹੀਂ ਸੁਣਾਂਗੇ।
ਵਰਨਾ ਪ੍ਰੋਗਰਾਮ ਰੱਦ ਕਰਨਾ ਪਵੇਗਾ। ਇਸ ਗੁਰਦੁਆਰੇ 'ਚ ਮੈਂ ਵੀ ਕਥਾ ਕਰਦਾ ਰਿਹਾ ਅਤੇ ਇਹ ਮੈਨੂੰ ਉੱਥੋਂ ਹੀ ਪਤਾ ਲੱਗੀਆਂ ਨੇ ਗੱਲਾਂ। ਮਸਕੀਨ ਦਾ ਜਵਾਬ ਸੀ, ਪਹਿਲਾਂ ਵੀਡੀਓ ਕੈਮਰੇ ਬੰਦ ਕਰ ਦਿਓ, ਫਿਰ ਮੈਂ ਤੱਤ ਗੁਰਮਤ ਦੀ ਗੱਲ ਸੁਣਾ ਸਕਾਂਗਾ। ਕੈਮਰਿਆਂ ਦੇ ਸਾਹਮਣੇ ਮੈਂ ਸੱਚ ਨਹੀਂ ਬੋਲ ਸਕਦਾ। ਕੈਮਰੇ ਬੰਦ ਕਰ ਦਿੱਤੇ ਗਏ ਅਤੇ ਉਸਨੇ ਕਥਾ ਸ਼ੁਰੂ ਕਰ ਦਿੱਤੀ। ਗੁਰਬਾਣੀ ਦੇ ਚਾਨਣ ਵਿੱਚ ਗੁਪਤ ਯੰਤਰਾਂ ਰਾਹੀਂ ਇਹ ਕਥਾ ਵੀ ਰਿਕਾਰਡ ਕਰ ਲਈ ਗਈ। TV ਚੈਨਲਾਂ ਰਾਹੀਂ ਅਸਲ ਵਿੱਚ ਉਹ ਹਿੰਦੂਆਂ ਨੂੰ ਵੱਧ ਖੁਸ਼ ਰੱਖਦਾ ਸੀ। ਸਿੱਖਾਂ ਵੱਲੋਂ ਬੇਪਰਵਾਹ ਦੇਵੀ ਦੇਵਤਿਆਂ ਦੀ ਪ੍ਰਸ਼ੰਸਾ ਬਹੁਤੀ ਕਰਦਾ ਸੀ। ਸਤਿਗੁਰੂ ਸਾਹਿਬਾਨ ਦੀ ਘਟ ਉੱਪਰ ਵਰਣਿਤ ਦੁਖਦਾਈ ਬਿਰਤਾਂਤ ਪੜ੍ਹ ਕੇ ਤਾਂ ਇਹ ਬਦੋਬਦੀ ਮੂੰਹੋਂ ਨਿਕਲ ਜਾਂਦਾ ਹੈ ਕਿ ਸਾਡਾ ਬੇੜਾ ਇਉਂ ਗਰਕਿਆ। ਇਹ ਲੇਖ ਗਿਆਨੀ ਸੰਤ ਸਿੰਘ ਮਸਕੀਨ ਦੇ ਸ਼ਰਧਾਂਜਲੀ ਸਮਾਗਮ ਨੂੰ ਵੇਖ ਕੇ ਲਿਖਿਆ ਗਿਆ ਸੀ, ਜੋ ਸਪੋਕਸਮੈਨ ਮੰਥਲੀ ਦੇ ਮਈ 2005 ਦੇ ਅੰਕ ਵਿੱਚ ਛਪਿਆ ਸੀ। ਜੋ ਖੱਤ ਲੇਖ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ ਛਪੇ ਸਨ, ਉਹ ਵੀ ਇੱਥੇ ਮੈਂ ਛਾਪ ਰਿਹਾ ਹਾਂ। ਮੇਰੇ ਵੱਲੋਂ ਵਿਰੋਧ ਕਰਨ ਵਾਲਿਆਂ ਨੂੰ ਮੈਂ ਜਵਾਬ ਵੀ ਦਿੱਤਾ ਸੀ, ਉਹ ਵੀ ਪਾਠਕਾਂ ਸਨਮੁਖ ਰੱਖ ਰਿਹਾ ਹਾਂ। ਅਗਲੇ ਹਿੱਸੇ ਵਿੱਚ ਪੜ੍ਹੋ। ਮਸਕੀਨ ਦੇ ਕਈ ਚੇਲੇ ਮੇਰੇ ਘਰ ਆ ਕੇ ਵੀ ਆਪਣੀ ਜ਼ਬਾਨ ਅਤੇ ਕਲਮ ਨੂੰ ਬੰਦ ਰੱਖੋ ਦੀਆਂ ਧਮਕੀਆਂ ਵੀ ਦੇ ਕੇ ਗਏ ਸਨ। ਪਹਿਲਾ ਹਿੱਸਾ ਇਹਦਾ ਇੱਥੇ ਸਮਾਪਤ ਕਰਦੇ ਹਾਂ। ਬਾਕੀ ਹੋਰ ਵੀ ਬਹੁਤ ਕੁਝ ਆਪ ਦੇ ਸਾਹਮਣੇ ਰੱਖਿਆ ਜਾਵੇਗਾ। ਭੁੱਲਾਂ ਚੁੱਕਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।